ਅਮਰਿੰਦਰ ਸਿੰਘ ਹਨ। ਉਹਨਾਂ ਨਾਲ ਅਸੀਂ ਦੋ ਮੁੱਦਿਆਂ ਦੇ ਉੱਪਰ ਗੱਲ ਕਰਾਂਗੇ। ਇੱਕ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਉਹ ਭਲਕੇ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕਰ ਰਹੀਆਂ, ਉਹਨਾਂ ਦਾ ਮੀਟਿੰਗ ਕਰਨ ਦਾ ਕੀ ਮੰਤਵ, ਕਿਉਂ ਕਰ ਰਹੀਆਂ। ਇੱਕ ਗੱਲ ਤਾਂ ਇਹ ਆ ਰਹੀ ਵੀ ਪਿੰਡਾਂ ਦੇ ਵਿੱਚ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਜਾਂਦੇ ਆ ਉਹਨਾਂ ਨਾਲ ਟਕਰਾਅ ਆਉਂਦਾ, ਇਸ ਟਕਰਾਅ ਨੂੰ ਟਾਲਣ ਦਾ ਇੱਕ ਮੰਤਵ ਹੈ ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਬੀਜੇਪੀ ਆ ਉਹਨੂੰ ਨਹੀਂ ਸੱਦਿਆ ਗਿਆ। ਅਮਰਿੰਦਰ ਸਿੰਘ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਕੱਲ ਦੀ ਮੀਟਿੰਗ ਦਾ ਕੀ ਮੰਤਵ ਹੋਏਗਾ? ਦੇਖੋ ਜੰਮੂ ਜੀ, ਜਿੱਥੋਂ ਤੱਕ ਮੈਂ ਪੰਜਾਬ ਦੇ ਇਸ ਮੁੱਦੇ ਤੇ ਜਿਹੜੇ ਤੇ ਤੁਸੀਂ ਗੱਲ ਕਰ ਰਹੇ ਹੋ ਇਹਦੇ ਬਾਰੇ ਸੋਚਦਾ ਤਾਂ ਮੈਨੂੰ ਇਹ ਲੱਗਦਾ ਕਿ ਬਈ ਜਿਹੜੀ ਕਿਸਾਨ ਜਥੇਬੰਦੀਆਂ ਦੇ 32 ਜਿਹੜੇ ਗਰੁੱਪ ਹੈਗੇ ਆ ਜਿਨ੍ਹਾਂ ਨੇ ਸੰਘੂ ਬਾਰਡਰ ਤੇ ਹੋਰ ਟਿਕਰੀ ਬਾਰਡਰ ਤੇ ਹੋਰ ਜਗ੍ਹਾ ਤੇ ਜਿਨ੍ਹਾਂ ਨੇ ਆਪਣੇ ਆਪਣੇ ਮੋਰਚੇ ਸਾਂਭੇ ਹੋਏ ਆ, ਉਹ ਜਦੋਂ ਉਹਨਾਂ ਤੱਕ ਇਹ ਮੈਸੇਜ ਜਾਂਦਾ ਹੈ ਕਿ ਸੁਖਬੀਰ ਬਾਦਲ ਜੀ ਨੇ ਆਪਣੀ ਕੰਪੇਨ ਸ਼ੁਰੂ ਕਰਤੀ, ਉਹਨੇ 100 ਦਿਨ ਦਾ ਦੌਰਾ ਸ਼ੁਰੂ ਕਰਤਾ ਹੈ ਤੇ ਉਹ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਕੰਪੇਨ ਚਲਾ ਰਿਹਾ ਹੈ ਤੇ ਅੱਗੋਂ ਕਿਸਾਨ ਜਿਹੜਾ ਹੈ ਉਹਦਾ ਵਿਰੋਧ ਕਰ ਰਹੇ ਹੈ, ਕਾਲੀਆਂ ਝੰਡੀਆਂ ਦਿਖਾ ਰਹੇ ਹੈ, ਕਿਉਂਕਿ ਕਾਮਨ ਕਿਸਾਨ ਜਿਹੜਾ ਹੈਗਾ ਇਸ ਸਮੇਂ ਉਹ ਬੜਾ ਫਰਸਟ੍ਰੇਟਡ ਹੈ ਤੇ ਉਹ ਸਾਰੇ ਹੀ ਪੋਲੀਟੀਕਲ ਗਰੁੱਪਾਂ ਤੋਂ ਬਹੁਤ ਔਖਾ ਹੈਗਾ। ਬੇਸ਼ੱਕ ਬੀਜੇਪੀ ਨਾਲ ਉਹਦੀ ਜਿਹੜੀ ਮਤਲਬ ਦੁਸ਼ਮਣੀ ਕਹਿ ਲਓ ਜਾਂ ਉਹਦੀ ਜਿਹੜੀ ਕੜਵਾਹਟ ਹੈ ਬਹੁਤ ਜ਼ਿਆਦਾ ਵਧੀ ਹੋਈ ਹੈ। ਉਸ ਹਾਲਾਤਾਂ ਦੇ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਖਤ ਮਤਲਬ ਵਿਰੋਧਤਾ ਕਿਸਾਨਾਂ ਦੀ ਸਾਨੂੰ ਦਿਸ ਰਹੀ ਹੈ। ਇਸੇ ਕਰਕੇ ਜਿਹੜਾ ਐਡਾ ਵੱਡਾ ਅੰਦੋਲਨ ਜਿਹੜਾ ਚੱਲ ਰਿਹਾ ਤੇ ਪਿਛਲੇ ਦਿਨੀ ਜਿਹੜਾ ਮੁਜ਼ੱਫਰਨਗਰ ਦੇ ਵਿੱਚ ਇਕੱਠ ਕੀਤਾ ਸੀ ਉਹ ਵੀ ਲਾ ਮਿਸਾਲ ਸੀਗਾ। ਬਿਲਕੁਲ, ਉਹਦੇ 'ਚ ਕੋਈ ਦੋਰਾਵਾ ਨਹੀਂ ਹੈ। ਪਰ ਜਦੋਂ ਸੁਖਬੀਰ ਬਾਦਲ ਪਿੰਡਾਂ ਦੇ ਵਿੱਚ ਕੰਪੇਨ ਕਰਨ ਜਾਂਦੇ ਆ ਤੇ ਕਾਫੀ ਸਾਰੇ ਭਾਰਤੀ ਜਨਤਾ ਪਾਰਟੀ ਚੋਂ ਲੀਡਰ ਵੀ ਨਿਕਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹੋਏ ਆ, ਉਹ ਜਿਹੜਾ ਮਤਲਬ ਇੱਕ ਕਾਮਨ ਪਰਸਨ ਹੈਗਾ ਪੰਜਾਬ ਦਾ, ਇੱਕ ਆਮ ਜਿਹੜਾ ਨਾਗਰਿਕ ਹੈ ਜਾਂ ਉਹਨੂੰ ਆਪਾਂ ਆਮ ਕਿਸਾਨ ਲਾ ਲਈਏ, ਉਹ ਜਦੋਂ ਉਹਨਾਂ ਚਿਹਰਿਆਂ ਨੂੰ ਮੁੜ ਕੇ ਦੇਖਦਾ ਕਿ ਬਈ ਇਹ ਫੇਰ ਉਹੀ ਲੋਕ ਕੰਪੇਨ ਕਰਨ ਆ ਗਏ ਆ ਤਾਂ ਉਹ ਭਾਵੁਕਤਾ ਬਸ ਮਤਲਬ ਆਪਣੇ ਇਮੋਸ਼ਨ ਨੂੰ ਕੰਟਰੋਲ ਨਾ ਕਰਦੇ ਹੋਏ ਆਪਾਂ ਮੋਗੇ ਦੇ ਵਿੱਚ ਦੇਖਿਆ, ਲੁਧਿਆਣੇ ਦੇ ਵਿੱਚ ਦੇਖਿਆ, ਬੜਾ ਟਕਰਾਅ ਵੀ ਹੋਇਆ, ਉਹਨਾਂ ਦੇ ਆਪਸ ਦੇ ਵਿੱਚ ਗਾਲੀ ਗਲੋਚ ਵੀ ਹੋਈ ਹੈ। ਉਹ ਤਾਂ ਇਹ ਹੋਇਆ ਵੀ ਜਿਸ ਦਿਨ ਉਹਨਾਂ ਨੇ ਆਪਣੀ ਕੰਪੇਨ ਜੀਰੇ ਤੋਂ ਸ਼ੁਰੂ ਕੀਤੀ, ਜੀਰੇ ਦੇ ਵਿੱਚ ਹੋਇਆ, ਉਸ ਤੋਂ ਬਾਅਦ ਅਗਲਾ ਜਿਹੜਾ ਗੁਰੂ ਹਰਸਾਏ ਦੇ ਵਿੱਚ ਗਏ, ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਗਏ ਹਰ ਥਾਂ ਦੇ ਉੱਪਰ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਮਾਛੀਵਾੜਾ ਦੇ ਵਿੱਚ ਤਾਂ ਉਹਨਾਂ ਦੀ ਸਟੇਜ ਹੀ ਉਹਨਾਂ ਨੂੰ ਆਪਣਾ ਪ੍ਰੋਗਰਾਮ ਹੀ ਰੱਦ ਕਰਨਾ, ਰੈਲੀ ਰੱਦ ਕਰਨੀ। ਬਿਲਕੁਲ। ਤੇ ਦੂਸਰਾ ਇਹਦਾ ਪੱਖ ਇਹ ਹੈ ਕਿ ਹਰੇਕ ਪੋਲੀਟੀਕਲ ਪਾਰਟੀ ਦੀਆਂ ਆਪਣੀਆਂ ਵੀ ਕਿਸਾਨ ਜਥੇਬੰਦੀਆਂ ਬਣੀਆਂ ਹੋਈਆਂ ਤੇ ਜਦੋਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਫੇਵਰ ਦੇ ਵਿੱਚ ਆ ਕੇ ਤੇ ਆਪਣੀ ਕਿਸਾਨ ਮੂਵਮੈਂਟ ਨੂੰ ਰੋਕੋ ਤੇ ਉਹ ਫਿਰ ਉਹਦਾ ਅਸਰ ਜਿਹੜਾ ਹੈਗਾ ਕਿਸਾਨਾਂ ਦੀ ਅੰਦਰੂਨੀ ਜਿਹੜੀ 32 ਜਥੇਬੰਦੀਆਂ ਉਹਨਾਂ ਤੇ ਵੀ ਜਾਂਦਾ ਹੈ। ਤੇ ਇਸ ਸੰਦਰਭ ਦੇ ਵਿੱਚ ਉਹ ਮੀਟਿੰਗ ਕਰਕੇ ਮੈਨੂੰ ਇਹ ਲੱਗਦਾ ਕਿ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਅਪੀਲ ਜਾਰੀ ਕਰਨਗੇ ਕਿ ਤੁਸੀਂ ਜਦੋਂ ਤੱਕ ਇਲੈਕਸ਼ਨ ਅਨਾਉਂਸ ਨਹੀਂ ਹੁੰਦੀ ਉਦੋਂ ਤੱਕ ਆਪਣੀ ਕੰਪੇਨ ਜਿਹੜੀ ਉਹ ਸ਼ੁਰੂ ਨਾ ਕਰੋ। ਇੱਦਾਂ ਦੀਆਂ ਕੁਝ ਸਮਾਚਾਰ ਵੀ ਆਏ ਆ ਤਾਂ ਕਿ ਮਤਲਬ ਸਾਡੇ ਵਿੱਚ ਜਿਹੜਾ ਟਕਰਾਅ ਹੈਗਾ ਉਹ ਨਾ ਵਧੇ ਤੇ ਸਾਨੂੰ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਟਕਰਾਅ ਦੇ ਵਿੱਚ ਨਾ ਆਉਣਾ ਪਵੇ। ਪਰ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਬੀਜੇਪੀ ਨੂੰ ਵੱਖਰਾ ਰੱਖਿਆ ਹੈ। ਉਹਦੇ ਵੱਖਰਾ ਰੱਖਣ ਦਾ ਕਾਰਨ ਮੈਂ ਸਮਝਦਾ ਕਿ ਬੀਜੇਪੀ ਤਾਂ ਇੱਕ ਕਿਸਮ ਦੀ ਕਿਸਾਨਾਂ ਲਈ ਇਸ ਸਮੇਂ ਅਨਟੱਚੇਬਲ ਹੋਈ ਆ, ਉਹਦੇ ਨਾਲ ਉਹ ਇੱਕ ਟੇਬਲ ਤੇ ਬੈਠਣਾ ਹੀ ਨਹੀਂ ਚਾਹੁੰਦੇ। ਬਾਕੀ ਪੋਲੀਟੀਕਲ ਪਾਰਟੀਆਂ ਨਾਲ ਉਹ ਭਾਵੇਂ ਬੈਠ ਸਕਦੇ ਹੈਗੇ ਆ ਪਰ ਬੀਜੇਪੀ ਦੇ ਨਾਲ ਤਾਂ ਟੇਬਲ ਤੇ ਵੀ ਨਹੀਂ ਬੈਠਣਾ ਚਾਹੁੰਦੇ, ਕਿਉਂਕਿ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਲੀਡਰਸ਼ਿਪ ਹੈਗੀ ਆ ਉਹ ਕਈ ਵਾਰੀ ਉਹਨਾਂ ਨੂੰ ਬੁਲਾਇਆ, ਗੱਲਬਾਤ ਕਰਕੇ ਉਹਨਾਂ ਨੂੰ ਭੰਬਲ ਭੂਸੇ 'ਚ ਪਾ ਕੇ 11 ਗੇੜ ਦੀ ਗੱਲਬਾਤ ਹੋਈ ਹੈ, ਜਨਵਰੀ ਤੋਂ ਬਾਅਦ ਗੱਲਬਾਤ ਨਹੀਂ ਹੋਈ। ਹਾਂ, ਪਹਿਲਾਂ ਜਿਹੜੀਆਂ ਉਹਨਾਂ ਨੇ ਗੱਲਬਾਤ ਕਰਕੇ ਉਹਨਾਂ ਨੂੰ ਮਤਲਬ ਇੱਕ ਕਿਸਮ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਵਕੂਫ ਬਣਾਉਣ ਵਾਲੀ ਗੱਲ ਜਿਹੜੀ ਹੈ ਸੈਂਟਰਲ ਗਵਰਨਮੈਂਟ ਨੇ ਕਿਸਾਨਾਂ ਨਾਲ ਕੀਤੀ ਹੈ ਤੇ ਇਸ ਗੱਲੋਂ ਬਹੁਤ ਖਫਾ ਹੈਗੇ ਤੇ ਬੀਜੇਪੀ ਦੇ ਨਾਲ ਉਹ ਬੈਠਣਾ ਹੀ ਨਹੀਂ ਚਾਹੁੰਦੇ ਭਾਵੇਂ ਕੋਈ ਵੀ ਮੁੱਦਾ ਹੋਵੇ। ਤੇ ਇਸ ਕਰਕੇ ਉਹਨਾਂ ਨੇ ਬੀਜੇਪੀ ਨੂੰ ਇਸ ਤੋਂ ਵੱਖਰਾ ਰੱਖਿਆ ਤੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਨੇ ਸੱਦਿਆ ਤੇ ਉਹਨਾਂ ਨੂੰ ਮੈਨੂੰ ਇਹ ਲੱਗਦਾ ਕਿ ਉਹ ਬੇਨਤੀ ਕਰਨਗੇ ਵੀ ਜਦੋਂ ਤੱਕ ਇਲੈਕਸ਼ਨ ਦਾ ਬਿਗਲ ਪ੍ਰੋਪਰ ਨਹੀਂ ਵੱਜਦਾ ਆਫੀਸ਼ੀਅਲੀ ਤੇ ਉਦੋਂ ਤੱਕ ਇਲੈਕਸ਼ਨ ਦੀ ਕੰਪੇਨ ਸ਼ੁਰੂ ਨਹੀਂ ਹੁੰਦੀ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਮੈਦਾਨ ਦੇ ਵਿੱਚ ਨਾ ਉਤਰਨ। ਇੱਦਾਂ ਦੀ ਗੱਲ ਉਹ ਮੈਨੂੰ ਲੱਗਦਾ ਕਿ ਉਹ ਕਰਨਗੇ। ਉਹ ਤੇ ਲੱਗਦਾ ਵੀ ਜਿਹੜਾ ਟਕਰਾਅ ਇਸ ਮੀਟਿੰਗ ਤੋਂ ਬਾਅਦ ਟਲ ਜਾਏਗਾ, ਕਿਉਂਕਿ ਅਨੇਕਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਲਿਖ ਕੇ ਲਾਤਾ ਵੀ ਇੱਥੇ ਕੋਈ ਰਾਜਨੀਤਿਕ ਪਾਰਟੀ ਦਾ ਆਗੂ ਨਾ ਆਵੇ। ਇਹ ਜਿਹੜਾ ਡੈਡਲੌਕ ਬਣ ਰਿਹਾ ਜਾਂ ਵੱਧ ਰਿਹਾ ਟਕਰਾਅ ਵਾਲੀ ਸਥਿਤੀ, ਇਹਦੇ ਨਾਲ ਰੋਕਣ 'ਚ ਮਦਦ ਮਿਲੇਗੀ। ਜੇ ਪੋਲੀਟੀਕਲ ਪਾਰਟੀਆਂ ਜਾਣਗੀਆਂ ਹੀ ਨਹੀਂ, ਉਹਨਾਂ ਕੋਲ ਵੋਟ ਮੰਗਣ ਦੀ ਗੱਲ ਕਰਨਗੀਆਂ ਨਹੀਂ, ਕਿਉਂਕਿ ਅਜੇ ਤਕਰੀਬਨ 5 ਮਹੀਨੇ ਪਏ ਆ ਇਲੈਕਸ਼ਨ ਨੂੰ ਤੇ ਅਜੇ ਤੋਂ ਜਾ ਕੇ ਉਹਨਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨਾ ਤੇ ਵੋਟਾਂ ਲਈ ਆਪਣੀ ਮਤਲਬ ਲਾਮਬੰਦੀ ਕਰਨੀ, ਜੇ ਕੋਈ ਮਤਲਬ ਕਰ ਰਿਹਾ ਤੇ ਉਹ ਮਤਲਬ ਓਬਵੀਅਸ ਹੈਗਾ, ਸਾਹਮਣੇ ਦਿਖ ਰਿਹਾ ਕਿ ਕਿਸਾਨਾਂ ਦੇ ਨਾਲ ਉਹਦਾ ਟਕਰਾਅ ਹੋਏਗਾ ਹੀ ਹੋਏਗਾ। ਤੇ ਮੈਨੂੰ ਇਹ ਲੱਗਦਾ ਕਿ ਸਾਰੀਆਂ ਨਾ ਹੁਣ ਤਾਂ ਮੈਜੋਰਟੀ ਪੋਲੀਟੀਕਲ ਪਾਰਟੀਆਂ ਇਸ ਗੱਲ ਤੇ ਸਹਿਮਤ ਹੋ ਜਾਣਗੀਆਂ ਕਿ ਅਸੀਂ ਅਜੇ ਨਹੀਂ ਸ਼ੁਰੂ ਕਰਦੇ ਆਪਣਾ ਜਿਹੜਾ ਕੰਪੇਨ ਹੈ। ਅਜੇ ਕੀਤਾ ਵੀ ਕਿਸੇ ਨੇ ਨਹੀਂ, ਸਿਰਫ ਇੱਕ ਸੁਖਬੀਰ ਬਾਦਲ ਤੋਂ ਇਲਾਵਾ ਬਾਕੀ ਕਿਸੇ ਨੇ ਆਪਣੀ ਕੰਪੇਨ ਅਜੇ ਇਲੈਕਸ਼ਨ ਕੰਪੇਨ ਸ਼ੁਰੂ ਨਹੀਂ ਕੀਤੀ ਹੈ ਤੇ ਮੈਨੂੰ ਲੱਗਦਾ ਉਹ ਵੀ ਮੰਨ ਜਾਣਗੇ ਤੇ ਪਿੱਛੇ ਹਟਣਗੇ ਉਹ। ਤੇ ਸੁਖਬੀਰ ਬਾਦਲ ਹੋਣਾ ਨੂੰ ਇੰਨੀ ਕਾਹਲ ਕਿਉਂ ਹੋਊਗੀ? ਮਤਲਬ
ਦੇਖੋ ਇਹ ਆਪਣੀ ਆਪਣੀ ਪੋਲੀਟੀਕਲ ਸਟ੍ਰੈਟਜੀ ਹੈ। ਸੁਖਬੀਰ ਬਾਦਲ ਦੇ ਖਿਲਾਫ ਵੀ ਰੋਸ ਬਹੁਤ ਜ਼ਿਆਦਾ ਹੈਗਾ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ ਜਾਂ ਡਰੱਗ ਦਾ ਇਸ਼ੂ ਹੋਵੇ, ਹੋਰ ਕਈ ਇਸ਼ੂਜ਼ ਹੈਗੇ ਜਿਨ੍ਹਾਂ ਦੇ ਉੱਪਰ ਮਤਲਬ ਬੈਕਫੁੱਟ ਤੇ ਹੈਗੇ ਆ, ਤੇ ਉਹ ਚਾਹੁੰਦੇ ਆ ਕਿ ਵੀ ਮੈਂ ਉਸ ਨੂੰ ਕਵਰ ਕਰਕੇ ਲੋਕਾਂ ਤੱਕ ਮੈਂ ਪਹੁੰਚਾਂ। ਪਰ ਉਹਦਾ ਮਤਲਬ ਕਾਊਂਟਰ ਪ੍ਰੋਡਕਟਿਵ ਇਹ ਹੋ ਗਿਆ ਕਿ ਵੀ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਟਕਰਾਅ ਸ਼ੁਰੂ ਹੋ ਗਿਆ ਤੇ ਕਿਸਾਨ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਰਹੇ ਆ, ਤੇ ਉਹ ਉਹਨਾਂ ਨੂੰ ਮੈਨੂੰ ਇਹ ਲੱਗਦਾ ਕਿ ਪਿੱਛੇ ਹਟ ਜਾਣਗੇ। ਉਹ ਕਿਸਾਨ ਮੇਰੇ ਖਿਆਲ ਇੱਕ ਮੁੱਦੇ ਤੇ ਅਕਾਲੀ ਦਲ ਨਾਲ ਨਹੀਂ, ਇੱਕ ਤਾਂ ਇਹ ਜਿਹੜੇ ਤੁਸੀਂ ਦੱਸੇ, ਤੀਜਾ ਜਿਹੜਾ 3 ਬਿਜਲੀ ਸਮਝੌਤੇ ਉਹਨਾਂ ਦੇ ਉੱਪਰ ਵੀ ਕਿਸਾਨ ਉਹਨਾਂ ਦੇ ਖਿਲਾਫ ਕਰ ਰਿਹਾ, ਵਿਰੋਧ ਕਰ ਰਿਹਾ ਵੀ ਤੁਸੀਂ ਇਹ ਗਲਤ ਸਮਝੌਤੇ ਕੀਤੇ ਜਿਹਦਾ ਖਮਿਆਜਾ ਮਹਿੰਗੀ ਬਿਜਲੀ ਦੇ ਰੂਪ ਦੇ ਵਿੱਚ ਸੂਬੇ ਨੂੰ ਭੁਗਤਣਾ ਪੈ ਰਿਹਾ। ਬਿਲਕੁਲ ਉਹ ਚਲੋ ਉਹ ਜਿਹੜਾ ਮਤਲਬ ਟਕਰਾਅ ਵਾਲੀ ਪੋਜੀਸ਼ਨ ਨਹੀਂ, ਟਕਰਾਅ ਤਾਂ ਵੱਧ ਰਿਹਾ ਜਦੋਂ ਸੁਖਬੀਰ ਬਾਦਲ ਵੋਟਾਂ ਮੰਗਣ 5 ਮਹੀਨੇ ਪਹਿਲਾਂ ਹੀ ਪਹੁੰਚ ਰਿਹਾ ਤੇ ਆਪਣੇ ਉਹਨੇ ਕੈਂਡੀਡੇਟ ਵੀ ਅਨਾਉਂਸ ਕਰਨੇ ਸ਼ੁਰੂ ਕਰਤੇ ਹੈ। ਅਜੇ ਤੇ ਮਤਲਬ ਬਾਕੀ ਪੋਲੀਟੀਕਲ ਪਾਰਟੀਆਂ ਨੇ ਤਾਂ ਇਲੈਕਸ਼ਨ ਬਾਰੇ ਅਜੇ ਕੋਈ ਮਤਲਬ ਕੋਈ ਸ਼ੁਰੂਆਤ ਹੀ ਨਹੀਂ ਕੀਤੀ, ਵਿਉਂਤਬੰਦੀ ਵੀ ਨਹੀਂ ਬਣਾਈ, ਕੋਈ ਉਹ ਮਤਲਬ ਐਕਟੀਵਿਟੀ ਦਿਖ ਨਹੀਂ ਰਹੀ। ਲੇਕਿਨ ਇੱਕ ਪਾਸੇ ਸੁਖਬੀਰ ਬਾਦਲ ਹੈ, ਉਹ ਬੀਜੇਪੀ ਚੋਂ ਬੰਦੇ ਵੀ ਕੱਢ ਕੇ ਆਪਣੀ ਪਾਰਟੀ ਸ਼ਾਮਲ ਕਰ ਰਿਹਾ ਤੇ ਆਪਣੇ ਇਲੈਕਸ਼ਨ ਕੈਂਡੀਡੇਟ ਵੀ ਅਨਾਉਂਸ ਕਰ ਰਿਹਾ 5 ਮਹੀਨੇ ਪਹਿਲਾਂ ਹੀ। ਸੋ ਇਸ ਕਰਕੇ ਕਿਸਾਨਾਂ ਦੇ ਨਾਲ ਉਹਦਾ ਟਕਰਾਅ ਹੋਣਾ ਲਾਜ਼ਮੀ ਹੈ ਤੇ ਉਹਨੂੰ ਪਿੱਛੇ ਹਟਣਾ ਪਏਗਾ। ਜੇ ਉਹ ਨਹੀਂ ਹਟਣਗੇ ਤੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ, ਪੋਲੀਟੀਕਲ ਨੁਕਸਾਨ ਇਹਨਾਂ ਦਾ ਮਤਲਬ ਹੋ ਸਕਦਾ ਹੈ। ਮੇਰੇ ਖਿਆਲ ਕਿਸਾਨਾਂ ਨੇ ਕਾਂਗਰਸ ਦੇ ਵੀ ਜਿਹੜੇ ਮੰਤਰੀ ਆ ਤੇ ਨਾਲ MLA ਉਹਨਾਂ ਦਾ ਵੀ ਵਿਰੋਧ ਕੀਤਾ। ਇਹਦਾ ਮਤਲਬ ਕਿਸਾਨ ਕੱਲ ਦੀ ਮੀਟਿੰਗ ਜਿਹੜੀ ਆ ਇਹ ਸਾਰੀਆਂ ਬੀਜੇਪੀ ਨੂੰ ਛੱਡ ਕੇ ਮੇਰੇ ਖਿਆਲ ਬਾਕੀ ਪਾਰਟੀਆਂ ਨਾਲ ਕੋਈ ਨਾ ਕੋਈ ਮਾਮਲਾ ਤਾਂ ਰਿਜ਼ੋਲਵ ਹੋਣ ਦੀ ਸੰਭਾਵਨਾ ਹੈ। ਮੈਨੂੰ ਇਹ ਲੱਗਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਝੁਕ ਜਾਣਗੀਆਂ ਤੇ ਉਹ ਕਹਿਣਗੀਆਂ ਬਈ ਅਸੀਂ ਕੋਈ ਰੈਲੀਆਂ ਵਗੈਰਾ ਅਜੇ ਨਹੀਂ ਕਰਾਂਗੇ ਜਦ ਤੱਕ ਇਲੈਕਸ਼ਨ ਫਾਰਮੂਲਾ ਅਨਾਉਂਸ ਨਹੀਂ ਹੁੰਦੀ। ਤੇ ਇਹਦੇ ਵਿੱਚ ਹੀ ਪੰਜਾਬ ਦੀ ਬਿਹਤਰੀ ਹੈ, ਇਹਦੇ ਵਿੱਚ ਹੀ ਜਿਹੜੀ ਸਾਡੀ ਭਾਵਨਾ ਕਿ ਕਿਸਾਨ ਜਿਹੜੇ ਹੈਗੇ ਆ ਉਹ ਕਾਮਯਾਬ ਹੋਣ ਆਪਣੇ ਕਾਨੂੰਨ ਰੱਦ ਕਰਾਉਣ ਦੇ ਵਿੱਚ, ਕਿਉਂਕਿ ਸਾਰੀ ਪੋਲੀਟੀਕਲ ਪਾਰਟੀਆਂ ਆਫੀਸ਼ੀਅਲੀ ਤਾਂ ਕਹਿ ਰਹੀਆਂ ਕਿ ਕਾਨੂੰਨ ਰੱਦ ਕਰ ਦਿਓ, ਖਾਲੀ ਬੀਜੇਪੀ ਹੈ ਜਿਹੜੀ ਉਹ ਉਸ ਨੂੰ ਡਿਫੈਂਡ ਕਰ ਰਹੀ ਹੈ। ਐਟ ਪ੍ਰੈਜ਼ੈਂਟ ਆਪਾਂ ਔਨ ਦੀ ਫੇਸ ਅੰਦਰ ਖਾਤੇ ਭਾਵੇਂ ਦਸਤਖਤ ਕੀਤੇ ਹੋਏ ਹੋਣ ਸੁਖਬੀਰ ਬਾਦਲ ਨੇ, ਹਰਸਿਮਰਤ ਬਾਦਲ ਨੇ, ਲੇਕਿਨ ਸਾਹਮਣੇ ਉਹ ਅੱਜ ਦੀ ਤਰੀਕ 'ਚ ਕਹਿ ਰਹੇ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ। ਸੋ ਕੱਲ ਬੀਜੇਪੀ ਹੀ ਇਕੱਲੀ ਪਾਰਟੀ ਹੈਗੀ ਹੈ ਜਿਹੜੀ ਕਹਿ ਰਹੀ ਹੈ ਕਿ ਵੀ ਇਹ ਕਾਨੂੰਨ ਜਿਹੜੇ ਆ ਠੀਕ ਹੈ ਤੇ ਕਿਸਾਨ ਜਿਹੜੇ ਆ ਉਹ ਭੋਲੇ ਆ, ਉਹਨਾਂ ਨੂੰ ਇਹਨਾਂ ਦੀ ਸਮਝ ਨਹੀਂ ਹੈ। ਸੋ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਬੀਜੇਪੀ ਦੇ ਨਾਲ ਬੈਠਣਾ ਤਾਂ ਉਹਨਾਂ ਦਾ ਸੰਭਵ ਦਿਖ ਹੀ ਨਹੀਂ ਰਿਹਾ। ਤੇ ਬਾਕੀ ਕੱਲ ਵਾਲੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੀ ਆਊਟਕਮ ਕੀ ਨਿਕਲਦੀ ਹੈ। ਇਸ ਤੋਂ ਅਗਲੇ ਮੁੱਦੇ ਵੱਲ ਅਸੀਂ ਵਧਦੇ ਹਾਂ। ਕੱਲ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਪੰਜਾਬ ਦੇ ਸਾਬਕਾ IPS ਅਫਸਰ ਹੈ ਤੇ ਬੀਜੇਪੀ ਦੇ ਕੌਮੀ ਬੁਲਾਰੇ ਸੀ, ਸਪੋਕਸਪਰਸਨ ਸੀਗੇ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨੇ ਲੰਮਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਕੰਮ ਕੀਤਾ, ਇੰਟੈਲੀਜੈਂਸ ਦੇ ਵਿੱਚ ਕੰਮ ਕੀਤਾ, ਕੁਝ ਅੰਮ੍ਰਿਤਸਰ 'ਚ ਜ਼ਿਆਦਾ ਉਹਨਾਂ ਦਾ ਰਹਿਣ ਦਾ ਤਜਰਬਾ ਹੈਗਾ। ਉਹਨਾਂ ਨੇ ਪਿਛਲੇ ਦਿਨੀ ਕੁਝ ਜਿਹੜੇ ਇੰਟੈਲੈਕਚੁਅਲ ਹੈ ਕੁਝ ਉਹਨਾਂ ਨੂੰ ਬੀਜੇਪੀ 'ਚ ਸ਼ਾਮਲ ਵੀ ਕਰਾਇਆ ਸੀਗਾ ਤੇ ਉਹਨਾਂ ਨੂੰ ਕੱਲ ਜਿਹੜਾ ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਆ ਉਹਦਾ ਚੇਅਰਪਰਸਨ ਲਾ ਦਿੱਤਾ। ਉਹਨਾਂ ਨੂੰ ਇਸ ਗੱਲ ਦਾ ਤਾਂ ਠੀਕ ਆ ਵੀ ਪੰਜਾਬੀਆਂ 'ਚੋਂ ਲੱਗਣਾ ਕੋਈ ਸਿੱਖ ਲਾ ਦਿੱਤਾ, ਇਹ ਚੰਗੀ ਡਿਵੈਲਪਮੈਂਟ, ਪਰ ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਜਦੋਂ ਚੋਣਾਂ ਸਿਰ ਦੇ ਉੱਪਰ ਆ ਰਹੀਆਂ ਤੇ ਉਹ ਤੋਂ ਪਹਿਲਾਂ ਵਿਜੇ ਸੰਪਲਾ ਨੂੰ ਲਾਇਆ ਸੀ ਬੀਜੇਪੀ ਨੇ ਤੇ ਹੁਣ ਉਹਨਾਂ ਨੂੰ ਲਾਇਆ, ਮਤਲਬ ਇਹ ਦੋਨੇ ਗੱਲਾਂ ਨੂੰ ਤੁਸੀਂ ਜਿਹੜਾ ਕੱਲ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਉਣ ਨੂੰ ਤੁਸੀਂ ਕਿਸ ਸੰਦਰਭ 'ਚ ਦੇਖਦੇ, ਕੀ ਇਹਨੂੰ ਚੋਣਾਂ ਨਾਲ ਜੋੜ ਕੇ ਦੇਖਦੇ ਹੋ ਜਾਂ ਕਿਵੇਂ ਦੇਖਦੇ? ਦੇਖੋ ਖਾਲੀ ਮੈਂ ਇਹਨੂੰ ਚੋਣਾਂ ਨਾਲ ਜੋੜ ਕੇ ਨਹੀਂ ਦੇਖਦਾ, ਇਹਦੇ ਵਿੱਚ ਇਹਦੇ ਪਿਛੋਕੜ ਦੇ ਵਿੱਚ ਇੱਕ ਇਹ ਭਾਵਨਾ ਵੀ ਹੈਗੀ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਸਿੱਖ ਹੈ, ਪੰਜਾਬ ਦਾ ਕਿਸਾਨ ਹੀ ਨਹੀਂ, ਪੰਜਾਬ ਦਾ ਸਿੱਖ ਵੀ ਬੀਜੇਪੀ ਤੋਂ ਬਹੁਤ ਜ਼ਿਆਦਾ ਖਫਾ ਹੈ ਕਿਸਾਨੀ ਵਾਲੇ ਮੁੱਦੇ ਤੇ ਲੈ ਕੇ, ਤੇ ਉਹਨਾਂ ਦੀ ਜਿਹੜੀ ਮਤਲਬ ਦੂਰੀ ਇੰਨੀ ਵੱਧ ਗਈ ਹੈ ਕਿ ਉਹਨਾਂ ਦਾ ਜਿਹੜਾ ਕੈਡਰ ਹੈ ਉਹ ਪੂਰਾ ਬੁਰੀ ਤਰੀਕੇ ਦੇ ਨਾਲ ਹਿਲ ਚੁੱਕਿਆ। ਕੈਡਰ ਉਹਨਾਂ ਨੂੰ ਛੱਡ ਕੇ ਚਲਾ ਗਿਆ ਭਾਰਤੀ ਜਨਤਾ ਪਾਰਟੀ ਨੂੰ, ਤੇ ਉਹਨਾਂ ਨੂੰ ਸਿੱਖ ਫੇਸਿਸ ਦੀ ਬਹੁਤ ਤਕੜੀ ਲੋੜ ਹੈ। ਤੇ ਤੁਸੀਂ ਪਿੱਛੇ ਜੇ ਦੇਖਿਆ ਹੋਣਾ 3-4 ਦਿਨ ਪਹਿਲਾਂ PGI ਦੇ ਗੁਰਦੁਆਰੇ ਦੇ ਵਿੱਚ ਵੀ ਇੱਕ ਉਹਨਾਂ ਨੇ ਸਮਾਗਮ ਕਰਕੇ ਉੱਥੇ RP ਸਿੰਘ ਨੂੰ ਬੁਲਾ ਕੇ ਮੋਮੈਂਟੋ ਦਵਾਇਆ ਕਿ ਬਈ ਆਪਣਾ ਦਰਬਾਰ ਸਾਹਿਬ ਦਾ ਕਿ ਇਹ ਪ੍ਰਧਾਨ ਮੰਤਰੀ ਜੀ ਨੂੰ ਦੇਣਾ ਹੈ। ਉਹ ਇੱਕ ਕਿਸਮ ਦੀ ਮੋਦੀ ਦੀ ਇਮੇਜ ਬਿਲਡਿੰਗ ਲਈ ਉਹ ਮਤਲਬ ਇਹ ਸਾਰੇ ਯਤਨ ਕਰ ਰਹੇ ਆ। ਚੰਡੀਗੜ੍ਹ ਦੇ ਵਿੱਚ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕੋਈ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਜਿਹੜਾ ਹੈਗਾ ਉਹ ਬੀਜੇਪੀ ਦੇ ਨਾਲ ਨਹੀਂ ਹੈ, ਲੇਕਿਨ ਇੱਕ PGI ਦਾ ਜਿਹੜਾ ਗੁਰਦੁਆਰਾ ਹੈਗਾ ਉਹ PGI EMPLOYEES ਜਿਹੜੇ ਹੈਗੇ ਉਹ ਡਾਇਰੈਕਟਲੀ ਹੈਲਥ ਮਿਨਿਸਟਰੀ ਦੇ ਅੰਡਰ ਹੈਗੇ, ਤੇ ਉੱਥੇ ਉਹਨਾਂ ਨੇ 5-7 ਬੰਦੇ ਇਕੱਠੇ ਕਰਕੇ ਇੱਕ ਮੈਸੇਜ ਆ ਦੇਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਫੋਟੋਗ੍ਰਾਫਿਕ ਮਤਲਬ ਸ਼ੋਅ ਕੀਤਾ ਕਿ ਬਈ ਸਿੱਖਾਂ ਨੇ ਉਹਨੂੰ ਮੋਮੈਂਟੋ ਦਿੱਤਾ ਕਿ ਇਹ ਮੋਦੀ ਸਾਹਿਬ ਨੂੰ ਦੇਣਾ। ਸੋ ਇੱਦਾਂ ਦੀ ਉਹ ਮਤਲਬ ਮੈਂ ਸਮਝਦਾ ਕਿ ਇੱਕ ਖਲਾਅ ਦੇ ਵਿੱਚ ਉਹ ਖਾਲੀ ਇੱਧਰ ਉੱਧਰ ਹੱਥ ਮਾਰ ਰਹੇ ਹਨ। ਬਾਕੀ ਜਿਹੜੀ ਗੱਲ ਤੁਸੀਂ ਲਾਲਪੁਰਾ ਸਾਹਿਬ ਦੀ ਕੀਤੀ ਹੈ ਕਿ ਉਹ ਪੰਜਾਬ ਇੰਟੈਲੀਜੈਂਸ ਦੇ ਵਿੱਚ ਰਹੇ ਹੈ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਉਹਨਾਂ ਨੂੰ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ। ਸੋ ਇਹਦੇ ਦੋ ਪੱਖ ਹੈਗੇ। ਇੱਕ ਪੱਖ ਤਾਂ ਇਹਦਾ ਇਹ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਕੋਈ ਪੋਲੀਟੀਕਲ ਸਟੇਚਰ ਦਾ ਸਿੱਖ ਉਹਨਾਂ ਦੇ ਨਾਲ ਨਹੀਂ ਹੈ,
ਇਸ ਕਰਕੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚੋਂ ਸਾਬਕਾ ਮਤਲਬ ਦੇਖੋ। ਅਫਸਰ ਜਿਹੜਾ ਹੈਗਾ ਉਹ ਲੈਣਾ ਪਿਆ। ਤੇ ਉਹ ਇਹਦੇ ਦੂਸਰਾ ਐਂਗਲ ਇਹਦਾ ਇਹ ਹੈ ਕਿ ਸਾਰੀ ਜਿਹੜੀ ਪੰਜਾਬ ਦੀ ਪੋਲਿਟਿਕਸ ਆ ਉਹਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਚਲਾ ਰਹੇ ਆ, ਨਹੀਂ ਦੇਖੋ ਡੋਵਾਲ ਸਾਹਿਬ ਚਲਾ ਰਹੇ ਆ, ਤੇ ਡੋਵਾਲ ਸਾਹਿਬ ਦੇ ਨਾਲ ਉਹਨਾਂ ਦਾ ਕਨੈਕਸ਼ਨ ਹੋਣ ਕਰਕੇ ਇਹ ਸਾਰਾ ਜਿਹੜਾ ਉਹਨਾਂ ਨੂੰ ਇਹ ਅਹੁਦਾ ਮਿਲਿਆ। ਤੇ ਵੈਸੇ ਤਾਂ ਮੇਰੀ ਉਹਨਾਂ ਨਾਲ ਚੰਗੀ ਗੱਲਬਾਤ ਹੈ, ਇੱਥੇ ਟੈਲੀਵਿਜ਼ਨਾਂ ਦੇ ਸ਼ੋਅ ਦੇ ਉੱਪਰ ਮਿਲਦੇ ਰਹਿੰਦੇ ਆ, ਤੇ ਉਹਨਾਂ ਨੂੰ ਤਾਂ ਪਰਸਨਲ ਤੌਰ ਤੇ ਤਾਂ ਮੈਂ ਵਧਾਈ ਹੀ ਦਾਂਗਾ। ਲੇਕਿਨ ਜਦੋਂ ਆਪਾਂ ਨੂੰ ਬ੍ਰੌਡਰ ਪਰਸਪੈਕਟਿਵ ਦੇ ਵਿੱਚ ਦੇਖਦੇ ਆ ਤੇ ਭਾਰਤੀ ਜਨਤਾ ਪਾਰਟੀ ਬਿਹਤਰ ਹੁੰਦੀ ਤੇ ਕਿਸੇ ਪੋਲੀਟੀਸ਼ੀਅਨ ਨੂੰ ਸਿੱਖ ਨੂੰ ਬਣਾਉਂਦੀ, ਕਿਉਂਕਿ ਲਾਲਪੁਰਾ ਸਾਹਿਬ ਦਾ ਜਿਹੜਾ ਕੈਰੀਅਰ ਹੈਗਾ ਉਹ ਐਜ਼ ਅ ਪੁਲਿਸਮੈਨ ਹੈਗਾ, ਤੇ ਉਹ ਅਜੇ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਆਪਣਾ ਸਿੱਕਾ ਜਮਾਣਾ ਹੈ। ਤੁਸੀਂ ਕਿਹਾ ਵੀ ਸਿੱਖ ਨਹੀਂ ਹੈਗੇ, ਮਤਲਬ ਨਹੀਂ ਸਿੱਖ ਨਹੀਂ ਹੈ, ਮੈਂ ਪੋਲੀਟੀਸ਼ੀਅਨ ਨਹੀਂ ਹਾਂ। ਹਾਂਜੀ, ਜਿਹੜੇ ਹਰਜੀਤ ਗਰੇਵਾਲ ਉਹ ਵੀ ਸਿੱਖ ਨੇ, ਜਿਹੜੇ ਕੇਂਦਰੀ ਮੰਤਰੀ ਨੇ ਪੁਰੀ ਸਾਹਿਬ ਉਹ ਵੀ ਸਿੱਖ ਨੇ, ਤੇ ਇਸ ਤਰੀਕੇ ਨਾਲ ਕੁਝ ਨਹੀਂ ਉਹ ਮਾਸ ਬੇਸ ਨਹੀਂ ਨਾ ਹੈ, ਮਾਸ ਬੇਸ ਨਹੀਂ ਹੈਗਾ, ਇਹ ਠੀਕ ਹੈ ਗੱਲ ਵੀ ਮਾਸ ਬੇਸ ਮਤਲਬ ਉਦਾਂ ਹੀ ਉਹਨਾਂ ਨੇ ਹੁਣ ਲਾਲਪੁਰਾ ਨੂੰ ਵੀ ਪ੍ਰੋਜੈਕਟ ਕਰਕੇ ਇੱਕ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੀ ਜਿਹੜੇ ਤੁਸੀਂ ਗਰੇਵਾਲ ਸਾਹਿਬ ਦੀ ਗੱਲ ਕੀਤੀ ਹੈ, ਗਰੇਵਾਲ ਸਾਹਿਬ ਬੇਸਿਕਲੀ ਉਹ ਪੰਥਕ ਪੋਲਿਟਿਕਸ ਦੇ ਵਿੱਚੋਂ ਨਹੀਂ ਹੈ, ਉਹ ਸ਼ੁਰੂ ਤੋਂ ਹੀ ਆਰਐਸਐਸ ਦੇ ਕੈਡਰ ਵਜੋਂ ਹੀ ਉਹਨਾਂ ਦੀ ਗਰੋਥ ਹੋਈ ਹੈ, ਤੇ ਬਚਪਨ ਤੋਂ ਆਰਐਸਐਸ ਦੇ ਨਾਲ ਹੀ ਜੁੜੇ ਹੋਏ ਆ। ਤੇ ਦੂਜਾ ਜਿਹੜਾ ਉਹਨਾਂ ਦਾ ਨਿਸ਼ਾਨਾ ਹੈ ਕਿ ਲਾਲਪੁਰਾ ਇਸ ਕੰਮ 'ਚ ਸਫਲ ਹੋ ਜਾਣਗੇ ਜਿਸ ਮੰਤਵ ਲਈ ਬੀਜੇਪੀ ਨੇ ਉਹਨਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਇਆ। ਦੇਖੋ ਜਿੱਥੋਂ ਤੱਕ ਲਾਲਪੁਰਾ ਸਾਹਿਬ ਦੀ ਜੇ ਆਪਾਂ ਸੂਝ-ਬੂਝ ਤੇ ਸਮਝ ਦੀ ਗੱਲ ਕਰੀਏ ਤਾਂ ਮੈਂ ਜਿੰਨਾ ਕੁ ਉਹਨਾਂ ਨੂੰ ਰੀਡ ਕੀਤਾ ਉਹਨਾਂ ਦੀ ਜਿਹੜੀ ਮਤਲਬ ਸਿੱਖ ਇਸ਼ੂਜ਼ ਦੇ ਉੱਪਰ ਜਿਹੜੀ ਪਕੜ ਹੈ ਉਹ ਬੜੀ ਗਹਿਰੀ ਹੈ। ਇਹਦੇ 'ਚ ਕੋਈ ਦੋਰਾਵਾ ਨਹੀਂ ਹੈ। ਜਿਹੜੇ ਪੰਥਕ ਇਸ਼ੂਜ਼ ਹੈਗੇ ਆ, ਕਿਉਂਕਿ ਉਹ ਪੰਜਾਬ ਇੰਟੈਲੀਜੈਂਸ ਦੇ ਵਿੱਚ ਰਹੇ ਆ, ਤੇ ਉਹ ਸਾਰੀ ਜਿਹੜੀ ਮਤਲਬ ਮੂਵਮੈਂਟ ਚੱਲੀ ਆ ਪਿੱਛੇ 84 ਤੋਂ ਪਹਿਲਾਂ ਦੇ ਉਹ ਇਸ ਮੂਵਮੈਂਟ ਦੇ ਵਿੱਚ ਗਏ ਗੱਚ ਉਹਨਾਂ ਨੇ ਸਾਰੀ ਮੂਵਮੈਂਟ ਨੂੰ ਬੀਇੰਗ ਅ ਪੁਲਿਸ ਆਫੀਸਰ ਉਹਨੂੰ ਨਜਿੱਠਿਆ, ਤੇ ਉਹਨਾਂ ਨੂੰ ਸਾਰੇ ਇਸ਼ੂਜ਼ ਦਾ ਗਿਆਨ ਹੈਗਾ। ਸੋ ਜੇ ਉਹਨਾਂ ਨੇ ਡੋਵਾਲ ਸਾਹਿਬ ਨੇ ਇਹ ਸੋਚ ਕੇ ਉਹਨਾਂ ਨੂੰ ਲਾਇਆ, ਤੇ ਮੈਂ ਸਮਝਦਾ ਕਿ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ, ਜਿਵੇਂ ਆਪਾਂ ਗਿਆਨ ਗੋਦੜੀ ਗੁਰਦੁਆਰੇ ਦਾ ਲੈ ਲਈਏ, ਸਿੱਕਮ ਦੇ ਗੁਰਦੁਆਰੇ ਦਾ ਇਸ਼ੂ ਲੈ ਲਈਏ, ਜਾਂ ਪੱਥਰ ਸਾਹਿਬ ਦਾ ਲੈ ਲਈਏ, ਜਿਹੜੇ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਇਸ਼ੂਜ਼ ਹੈਗੇ ਆ ਉਹਦੇ ਬਾਰੇ ਉਹਨੂੰ ਹੱਲ ਕਰਾਉਣ ਦੇ ਵਿੱਚ ਉਹ ਸਹਾਈ ਹੋ ਸਕਦੇ ਆ। ਪਰ ਜੇ ਮਾਸ ਮੂਵਮੈਂਟ ਉਹ ਖੜੀ ਕਰ ਦੇਣਗੇ ਬੀਜੇਪੀ ਦੇ ਹੱਕ 'ਚ, ਇਹੀ ਜੀ ਮਤਲਬ ਮੈਂ ਨਹੀਂ ਸੋਚਦਾ ਕਿ ਉਹ ਇੱਦਾਂ ਦਾ ਕੁਝ ਕਰ ਸਕਦੇ ਆ ਉਹ, ਤੇ ਬਾਕੀ ਸਮਾਂ ਦੱਸੇਗਾ। ਪਰ ਪੰਜਾਬ ਦੇ ਵਿੱਚ ਤਾਂ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਆ, ਜਿਹੜਾ ਸਿੱਖ ਧਰਮ ਨਾਲ ਸਭ ਤੋਂ ਵੱਧ ਜਿਹੜੀ ਕਿਸਾਨੀ ਜੁੜੀ ਹੋਈ ਹੈ ਜਾਂ ਸ਼ਹਿਰੀ ਲੋਕ ਜੁੜੇ ਹੋਏ, ਤੇ ਕੀ ਇਹ ਤੁਹਾਨੂੰ ਲੱਗਦਾ ਵੀ ਇਸ ਦੌਰ ਦੇ ਵਿੱਚ ਜਦੋਂ ਕਿ ਬੀਜੇਪੀ ਦੇ ਪ੍ਰਤੀ ਜਿਹੜੀ ਲੀਡਰਸ਼ਿਪ ਦੇ ਪ੍ਰਤੀ ਇੱਕ ਨਫ਼ਰਤ ਬਣਦੀ ਜਾ ਰਹੀ, ਪੰਜਾਬ ਦੇ ਵਿੱਚ ਨਫ਼ਰਤ ਗੁੱਸਾ ਵੀ ਬਣਦਾ ਜਾ ਰਿਹਾ, ਜਿਵੇਂ ਹਰਿਆਣੇ ਦੇ ਵਿੱਚ 28 ਅਗਸਤ ਨੂੰ ਕਿਸਾਨਾਂ ਦਾ ਕਟਾਪਾ ਕੀਤਾ ਗਿਆ, ਜਿਵੇਂ ਉਹਨਾਂ ਦੇ ਸਿਰ ਤੋੜੇ ਗਏ, ਤੇ ਉਸ ਅਫਸਰ ਦੇ ਖਿਲਾਫ, ਉਸ ਐਸਡੀਐਮ ਦੇ ਖਿਲਾਫ ਉਹ ਲੜਾਈ ਲੜ ਰਹੇ, ਇਹੋ ਜਿਹੀ ਸਥਿਤੀ ਦੇ ਵਿੱਚ ਲਾਲਪੁਰਾ ਕੁਝ ਕਰ ਸਕਣਗੇ? ਦੇਖੋ ਲਾਲਪੁਰਾ ਮੈਨੂੰ ਨਹੀਂ ਲੱਗਦਾ ਇਸ ਸਥਿਤੀ ਦੇ ਵਿੱਚ ਕਰ ਸਕਣ, ਕਿਉਂਕਿ ਉਹ ਖੁਦ ਆਈਪੀਐਸ ਰਹੇ ਆ, ਤੇ ਆਈਏਐਸ ਆਈਪੀਐਸ ਦੀ ਇੱਕ ਵੱਖਰੀ ਲੌਬੀ ਹੈ, ਉਹਨਾਂ ਦਾ ਇੱਕ ਵੱਖਰਾ ਕੈਡਰ ਹੈ, ਉਹਨਾਂ ਦੇ ਜਿਹੜੇ ਰਿਟਾਇਰ ਹੋਏ ਬੰਦੇ ਆ ਉਹ ਵੀ ਉਹ ਸਾਰੀ ਉਸ ਪੈਟਰਨੇਜ ਦੇ ਵਿੱਚ ਕੰਮ ਕਰਦੇ ਆ, ਤੇ ਉਹਨਾਂ ਦਾ ਜਿਹੜੀ ਮਾਨਸਿਕ ਝੁਕਾਅ ਉਹ ਹਮੇਸ਼ਾ ਉਹਨਾਂ ਦੇ ਵੱਲ ਹੀ ਰਹੇਗਾ। ਤੇ ਕਾਮਨਸ ਜਿਹੜਾ ਕਿਸਾਨ ਹੈ ਉਹਦੇ ਲਈ ਤਾਂ ਪੋਲੀਟੀਸ਼ੀਅਨ ਹੀ ਖੜ ਸਕਦਾ, ਤੇ ਪੋਲੀਟੀਕਲ ਉਹਨਾਂ ਦਾ ਮਾਈਂਡ ਬੈਂਟ ਮੈਂ ਸਮਝਦਾ ਨਹੀਂ ਹੈ ਕਿ ਵੀ ਐਸਾ ਕੁਛ, ਕਿਉਂਕਿ ਉਹਨਾਂ ਨੇ ਫੀਲਡ ਵਰਕ ਕੋਈ ਇਲੈਕਸ਼ਨ ਨਹੀਂ ਲੜੀ, ਕੋਈ ਕਦੀ ਵੋਟ ਮੰਗਣ ਨਹੀਂ ਗਏ। ਸੋ ਉਹ ਮਾਨਸਿਕਤਾ ਜਿਹੜੀ ਹੈ ਕਿ ਲੋਕਾਂ ਦੀ ਕੀ ਅਹਿਮੀਅਤ ਹੁੰਦੀ ਹੈ, ਇੱਕ ਬੰਦੇ ਦੇ ਕੋਲ ਬੰਦਾ ਜਾਂਦਾ ਵੋਟ ਮੰਗਣ ਲਈ, ਉਹਨੂੰ ਪਤਾ ਹੁੰਦਾ ਵੀ ਮੈਂ ਇੱਕ ਰਿਕਸ਼ਾ ਪੁੱਲਰ ਦੇ ਘਰ ਵੀ ਮੈਂ ਗਿਆ ਤੇ ਉਹਦੇ 4 ਵੋਟਾਂ ਹੈਗੀਆਂ, ਤੇ ਉਹਦੇ ਨਾਲ ਕਿਵੇਂ ਡੀਲ ਕਰਨਾ, ਉਹਦੀ ਕੀ ਭਾਵਨਾ, ਉਹਦੇ ਘਰ ਬਹਿ ਕੇ ਚਾਹ ਪੀਣੀ, ਉਹ ਇੱਕ ਵੱਖਰਾ ਕਲਚਰ ਹੈ ਜਿਹੜਾ ਕਿ ਪੋਲੀਟਿਕਸ ਦੇ ਵਿੱਚੋਂ ਹੀ ਆ ਸਕਦਾ ਹੈ। ਅਫਸਰਾਂ ਨੂੰ ਉਹ ਚੀਜ਼ ਸਮਝ ਨਹੀਂ ਲੱਗ ਸਕਦੀ, ਕਿਉਂਕਿ ਉਹ ਤਾਂ ਦਫ਼ਤਰ ਦੇ ਵਿੱਚ ਬੈਠੇ ਆ, ਤੇ ਉਹਨਾਂ ਦੇ ਲੋਕ ਤਾਂ ਫਰਿਆਦੀ ਆ ਰਹੇ ਆ, ਤੇ ਜਦੋਂ ਬੰਦਾ ਖੁਦ ਫਰਿਆਦੀ ਬਣ ਕੇ ਪਬਲਿਕ ਦੀ ਕਚਹਿਰੀ ਜਾਂਦਾ, ਉਹਦੀ ਜਿਹੜੀ ਮਾਨਸਿਕਤਾ ਉਹ ਡਿਫਰੈਂਟ ਹੋ ਜਾਂਦੀ ਹੈ। ਸੋ ਐਸੀ ਮਾਨਸਿਕਤਾ ਮੈਂ ਸਮਝਦਾ ਕਿ ਵੀ ਇਹ ਜੇ ਲਾਲਪੁਰਾ ਸਾਹਿਬ ਦੀ ਮੈਨੂੰ ਨਹੀਂ ਲੱਗਦਾ ਕਿ ਹੋਏਗੀ, ਕਿਉਂਕਿ ਉਹ ਵੱਡੇ ਅਹੁਦੇ ਤੇ ਰਹੇ ਆ, ਤੇ ਉਹਨਾਂ ਨੇ ਆਪ ਹੀ ਟੇਬਲ ਤੇ ਬਹਿ ਕੇ ਜਿਹੜੇ ਮਸਲੇ ਆ ਰਿਜ਼ੋਲਵ ਕੀਤੇ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਰਨਾਲ ਵਾਲੀ ਕਿ ਬਈ ਐਸਡੀਐਮ ਕਹਿ ਰਿਹਾ ਕਿ ਇਨਕੇ ਸਿਰ ਫੋੜ ਦੋ, ਤੇ ਸਾਰਾ ਪ੍ਰਸ਼ਾਸਨ ਉਹਦੇ ਨਾਲ ਖੜਾ ਹੈ, ਸਾਰਾ ਪ੍ਰਸ਼ਾਸਨ ਨਹੀਂ ਸੀਐਮ ਡਿਪਟੀ ਸੀਐਮ ਵੀ ਨਾਲ ਖੜੇ ਆ। ਹੈਰਾਨੀ ਦੀ ਗੱਲ ਇਹ ਹੈ ਕਿ ਆਪਣਾ ਚੌਟਾਲਾ ਸਾਹਿਬ ਦਾ ਜਿਹੜਾ ਡਿਪਟੀ ਸੀਐਮ ਹੈ ਉਹ ਵੀ ਉਹਦੇ ਨਾਲ ਖੜਾ, ਤੇ ਉਹ ਕਹਿ ਰਿਹਾ ਦੁਸ਼ਯੰਤ ਚੌਟਾਲਾ ਐਸਡੀਐਮ ਦੇ ਨਾਲ ਖੜਾ ਹੈ, ਤੇ ਕਿਸਾਨਾਂ ਦੇ ਹੱਕ 'ਚ ਨਹੀਂ ਭੁਗਤ ਰਿਹਾ। ਇਹ ਸਭ ਤੋਂ ਵੱਡੀ ਮੈਂ ਸਮਝਦਾ ਕਿ ਬਈ ਨਮੋਸ਼ੀ ਵਾਲੀ ਗੱਲ ਹੈ ਹਰਿਆਣੇ ਦੇ ਇੱਕ ਜਾਟ ਫਾਰਮਰ ਦੇ ਲਈ, ਕਿ ਉਹਨਾਂ ਦਾ ਇੱਕ ਬੰਦਾ ਇੱਕ ਕੁਰਸੀ ਦੇ ਖਾਤਰ ਮਤਲਬ ਉਹਨਾਂ ਦੇ ਖੁਦ ਦੇ ਭਰਾਵਾਂ ਨੂੰ ਸਿਰ ਫੜਵਾ ਰਿਹਾ ਹੋਵੇ। ਨਹੀਂ, ਦੁਸ਼ਯੰਤ ਚੌਟਾਲਾ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਐਸਡੀਐਮ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਪਰ ਉਹ ਤੋਂ ਬਾਅਦ ਉਹ ਮੁੜ ਕੇ ਨਹੀਂ ਕਦੇ ਬੋਲੇ। ਦੇਖੋ ਪਬਲਿਕ ਕੰਜ਼ੰਪਸ਼ਨ ਲਈ ਕਿ ਤੁਸੀਂ ਬਿਆਨ ਜਾਂ ਦੇ ਦਿਓ ਉਹ ਗੱਲ ਹੋ ਰਿਹਾ, ਪਰ ਤੁਸੀਂ ਹਕੀਕਤ ਦੇ ਵਿੱਚ ਤਾਂ ਤੁਸੀਂ ਆਨੰਦ ਮਾਣ ਰਹੇ ਹੋ, ਤੁਹਾਡੀ ਕਲਮ ਚੱਲ ਰਹੀ ਹੈ, ਤੁਹਾਡੀ ਕਲਮ ਦੇ ਇੱਕ ਉਹਦੇ ਨਾਲ ਐਸਡੀਐਮ ਜਿਹੜਾ ਹੈਗਾ ਸਸਪੈਂਡ ਹੋ ਸਕਦਾ ਹੈ, ਉਹ ਖੁਦ ਸਸਪੈਂਡ ਕਰ ਦਿੰਦਾ। ਡਿਪਟੀ ਸੀਐਮ ਹੈ, ਜੇ ਦੁਸ਼ਯੰਤ ਚੌਟਾਲਾ ਸੀਰੀਅਸ ਹੁੰਦਾ ਤੇ ਉਹਨੂੰ ਸਸਪੈਂਡ ਕਰ ਸਕਦਾ ਸੀ ਉਦੋਂ ਹੀ।
ਸੀਐਮ ਜਿੰਨੀ ਪਾਵਰ ਹੈ ਡਿਪਟੀ ਸੀਐਮ ਕੋਲ, ਪਰ ਉਹ ਐਸਾ ਨਹੀਂ ਕਰ ਰਿਹਾ ਤੇ ਉਹ ਵੀ ਕਿਸਾਨਾਂ ਦੇ ਉਲਟੀ ਭੁਗਤ ਰਿਹਾ। ਸੋ ਇਹ ਮਤਲਬ ਆਉਣ ਵਾਲਾ ਸਮੇਂ ਦੇ ਵਿੱਚ ਮੈਂ ਸਮਝਦਾ ਉਹਨਾਂ ਦਾ ਵੱਡਾ ਨੁਕਸਾਨ ਹੋਏਗਾ ਜਦੋਂ ਵੋਟਾਂ ਦੀ ਗੱਲ ਆਏਗੀ ਤੇ ਦੁਸ਼ਯੰਤ ਚੌਟਾਲੇ ਨੂੰ ਇਸ ਚੀਜ਼ ਦਾ ਖਮਿਆਜ਼ਾ ਭੁਗਤਣਾ ਪਏਗਾ। ਇਹ ਇੱਕ ਜਿਹੜੀ ਅਸੀਂ ਲਾਲਪੁਰਾ ਹੋਣਾ ਬਾਰੇ ਗੱਲ ਕਰ ਰਹੇ ਸੀ, ਉਹਨੂੰ ਬੀਜੇਪੀ ਨੇ ਜਿਹੜਾ ਆਪਣਾ ਨੈਸ਼ਨਲ ਸਪੋਕਸਪਰਸਨ ਲਾਇਆ ਸੀ, ਉਹ ਕੁਝ ਨਾ ਕੁਝ ਗੱਲਾਂ ਤਾਂ ਉਹਨਾਂ 'ਚ ਦੇਖੀਆਂ ਹੋਣੀਆਂ, ਕੋਈ ਖੂਬੀ ਦੇਖੀ ਹੋਣੀ ਜਿਹਦਾ ਕਰਕੇ ਉਹਨੂੰ ਲਾਇਆ। ਨਹੀਂ ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਮਤਲਬ ਪੂਰਾ ਟਰਮੋਇਲ 80 ਤੋਂ ਲੈ ਕੇ 78 ਤੋਂ ਲੈ ਕੇ ਅੱਜ ਤੱਕ ਉਹ ਪੰਜਾਬ ਦੇ ਮਤਲਬ ਪੂਰੇ ਇਸ ਦੌਰ ਦੇ ਵਿੱਚ ਜਦੋਂ ਕਿ ਮਤਲਬ ਧਰਮ ਯੁੱਧ ਮੋਰਚਾ ਚੱਲਿਆ ਤੇ ਹੋਰ ਸਾਰਾ ਕੁਝ ਪੰਜਾਬ ਦੀ ਮਿਲੀਟੈਂਸੀ ਦਾ ਮੂਵਮੈਂਟ ਹੈਗਾ, ਉਸ ਦੌਰਾਨ ਉਹ ਪੰਜਾਬ ਪੁਲਿਸ ਦੇ ਵਿੱਚ ਇੰਟੈਲੀਜੈਂਸ ਦੇ ਵਿੱਚ ਰਹੇ ਤੇ ਗਵਰਨਮੈਂਟ ਨੂੰ ਸਲਾਹਾਂ ਦਿੰਦੇ ਰਹੇ, ਗਵਰਨਮੈਂਟ ਨੂੰ ਫੀਡਬੈਕ ਦਿੰਦੇ ਰਹੇ। ਉਹਨਾਂ ਕੋਲ ਪੂਰਾ ਡਾਟਾ ਹੈਗਾ, ਉਹਨਾਂ ਦੇ ਕੋਲ ਪੂਰੀ ਫੀਡਬੈਕ ਹੈਗੀ ਹੈ, ਸਾਰੀ ਸੈਂਸ ਉਹਨਾਂ ਕੋਲ ਹੈਗੀ ਹੈ ਕਿ ਵੀ ਪੰਥਕ ਇਸ਼ੂਜ਼ ਦੇ ਉੱਪਰ ਕਿਵੇਂ ਆਪਾਂ ਇਹਨੂੰ ਡੀਲ ਕਰਨਾ ਹੈ। ਇਸੇ ਵਜ੍ਹਾ ਕਰਕੇ ਮਤਲਬ ਖਾਲੀ ਪੰਜਾਬ ਦੇ ਸਿੱਖ ਦੀ ਗੱਲ ਨਹੀਂ ਹੈ, ਜਿਹੜਾ ਸਿੱਖ ਪੰਜਾਬ ਤੋਂ ਬਾਹਰ ਵੀ ਵਸਿਆ ਹੋਇਆ ਉਹਦੇ ਸੈਂਟੀਮੈਂਟ ਨੂੰ ਵੀ ਬੀਜੇਪੀ ਜਿਹੜਾ ਕੈਸ਼ ਕਰਨਾ ਚਾਹੁੰਦੀ ਹੈ। ਯੂਪੀ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਸਿੱਖਾਂ ਦੀ, ਉੱਥੇ ਵੀ ਉਹਨੂੰ ਮਤਲਬ ਉਹਨੂੰ ਲੋੜ ਹੈ ਉਹਨਾਂ ਦੀ ਵੋਟ ਦੀ, ਤੇ ਇਸ ਦੇ ਸੰਦਰਭ ਦੇ ਵਿੱਚ ਲਾਲਪੁਰਾ ਸਾਹਿਬ ਨੂੰ ਉਹਨਾਂ ਨੇ ਉਸ ਅਹੁਦੇ ਤੇ ਮੈਂ ਸਮਝਦਾ ਕਿ ਬਈ ਉੱਥੇ ਲਾਇਆ। ਤੇ ਇਹ ਜਿਹੜੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੀ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੀ ਹੋਈ ਹੈ, ਮੇਰਾ ਖਿਆਲ ਇਹਦੇ 'ਚ ਇਸ ਵੇਲੇ ਮੇਰਾ ਖਿਆਲ ਲਾ ਕੇ ਬੀਜੇਪੀ ਦਾ ਯਤਨ ਤਾਂ ਹੋਏਗਾ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਕੁਝ ਨਾ ਕੁਝ ਪ੍ਰਾਪਤੀ ਕੀਤੀ ਜਾਵੇ, ਪਰ ਸਥਿਤੀ ਜਿਹੜੀ ਆ ਉਹ ਉਲਟ ਚੱਲ ਰਹੀ ਆ, ਦੌਰ ਉਲਟ ਚੱਲ ਰਿਹਾ। ਮੇਰਾ ਖਿਆਲ ਇਹਦੇ ਵਿੱਚ ਲਾਲਪੁਰਾ ਹੁਣੀ ਬਹੁਤਾ ਕੁਝ ਕਰ ਨਹੀਂ ਸਕਣਗੇ, ਮੈਨੂੰ ਤਾਂ ਇਹ ਲੱਗਦਾ। ਨਹੀਂ, ਕਿਸਾਨਾਂ ਦੇ ਇਸ਼ੂ ਦੇ ਉੱਪਰ ਮੇਰੇ ਹਿਸਾਬ ਨਾਲ ਲਾਲਪੁਰਾ ਕੁਝ ਨਹੀਂ ਕਰ ਪਾਣਗੇ, ਕਿਉਂਕਿ ਦੇਖੋ ਜਦੋਂ ਮੋਦੀ ਸਾਹਿਬ ਨੇ ਹੀ ਲਕੀਰ ਖਿੱਚ ਲਈ ਹੈ ਕਿ ਵੀ ਮੈਂ ਜਿੰਨੀ ਦੇਰ ਕੁਰਸੀ ਤੇ ਬੈਠਾ ਮੈਂ ਗੱਲ ਨਹੀਂ ਕਰਾਂਗਾ, ਕਿਉਂਕਿ ਸਾਲ ਤੋਂ ਉੱਪਰ ਹੋ ਗਿਆ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜਾ ਹੈਗਾ ਉਹ ਮੂਵ ਕਰ ਰਿਹਾ, ਕਦੀ ਉਹ ਟਿਕਰੀ ਬਾਰਡਰ ਜਾ ਰਿਹਾ, ਸਿੰਘੂ ਬਾਰਡਰ ਜਾ ਰਿਹਾ, ਮੁਜ਼ੱਫਰਨਗਰ ਜਾ ਰਿਹਾ, ਯੂਪੀ ਹਰਿਆਣਾ ਪੰਜਾਬ ਦੇ ਵਿੱਚ ਮੂਵਮੈਂਟ ਬਹੁਤ ਵੱਡੀ ਚੱਲ ਰਹੀ ਹੈ। ਵੈਸੇ ਤਾਂ ਮੂਵਮੈਂਟ ਸਾਰੇ ਇੰਡੀਆ 'ਚ ਕਿਸਾਨਾਂ ਦੀ ਚੱਲ ਰਹੀ ਹੈ, ਲੇਕਿਨ ਇਸ ਖਿੱਤੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਲਚਲ ਜਿਹੜੀ ਹੈ ਕਿਸਾਨਾਂ ਦੇ ਕੈਡਰ ਦੇ ਵਿੱਚ ਮਚੀ ਹੋਈ ਹੈ, ਤੇ ਉਹਨੂੰ ਸਾਰੇ ਨੂੰ ਨਜ਼ਰਅੰਦਾਜ਼ ਕਰਕੇ ਜੇ ਮੋਦੀ ਸਾਹਿਬ ਇਹ ਸੋਚ ਰਹੇ ਆ ਕਿ ਬਈ ਮੈਂ ਇਹਨਾਂ ਨੂੰ ਕੁਝ ਨਹੀਂ ਸਮਝਦਾ ਜਾਂ ਮੈਨੂੰ ਇਹਨਾਂ ਤੇ ਕੋਈ ਫਰਕ ਨਹੀਂ ਪੈਣਾ, ਸੋ ਉਹਦੇ ਸਾਹਮਣੇ ਲਾਲਪੁਰਾ ਤਾਂ ਕੁਝ ਵੀ ਨਹੀਂ ਹੈ ਉਹਨਾਂ ਦਾ ਕਦ। ਜਦੋਂ ਮੋਦੀ ਹੀ ਖੁਦ ਸਟੈਂਡ ਲੈ ਗਿਆ ਤੇ ਉਹਨਾਂ ਨਾਲ ਮੀਟਿੰਗਾਂ ਕਰਕੇ ਵੀ ਕਦੀ ਉਹਨਾਂ ਨੂੰ ਮਤਲਬ ਆਪਾਂ ਦੇਖਿਆ ਟੈਲੀਵਿਜ਼ਨ ਦੇ ਉੱਪਰ ਕਿ ਰੋਟੀ ਖਵਾ ਕੇ ਵੀ ਉਹਨਾਂ ਨੂੰ ਮਤਲਬ ਇਹਸਾਨ ਜਤਾਇਆ ਗਿਆ ਕਿ ਹਮਾਰੀ ਰੋਟੀ ਖਾ ਗਏ ਕਿਸਾਨ, ਹਮਾਰਾ ਖਾਣਾ ਖਾ ਗਏ, ਹਮਾਰੇ ਸਾਥ ਇਕੱਠੇ ਬੈਠ ਕੇ ਚਪਾਤੀ ਖਾ ਲਈ, ਰੋਟੀ ਖਾ ਲਈ, ਦਾਲ ਖਾ ਲਈ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹਦੇ ਨਾਲ ਕਿਸਾਨ ਦੇ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਗੁੱਸਾ ਵਧਿਆ, ਤੇ ਜਿਸ ਤਰੀਕੇ ਦੇ ਨਾਲ ਉਹਨੂੰ ਉਹਨਾਂ ਨੇ ਡੀਲ ਕੀਤਾ ਸਿਚੁਏਸ਼ਨ ਨੂੰ ਫਰੋਮ ਦੀ ਡੇ 1, ਉਹ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਗਿਆ। ਮੇਰਾ ਖਿਆਲ ਕੱਲ ਜਿਹੜੇ ਹਾੜੀ ਦੀਆਂ ਫਸਲਾਂ ਦੇ ਜਿਣਸਾਂ ਦੇ ਭਾਅ ਐਲਾਨੇ ਗਏ, ਉਹ ਵੀ ਮੇਰਾ ਖਿਆਲ ਕਣਕ ਦਾ ਭਾਅ 12 ਸਾਲਾਂ ਦੇ ਵਿੱਚ ਸਭ ਤੋਂ ਘੱਟ ਐਲਾਨਿਆ ਗਿਆ। ਇਹਦੇ ਨਾਲ ਵੀ ਕਿਸਾਨ ਹੋਰ ਦੁਖੀ ਹੋਣਗੇ। ਬਿਲਕੁਲ, ਉਹਦੇ ਮਤਲਬ ਕਿਸਾਨ ਦੀ ਤਾਂ ਉਹ ਉਹਨੂੰ ਗਿਣਤੀ 'ਚ ਨਹੀਂ ਰੱਖ ਰਹੇ। ਮੈਂ ਇਹ ਸਮਝਦਾ ਕਿ ਵੀ ਕਿਸਾਨ ਨੂੰ ਜਿਹੜੀ ਉਹਦੀ ਗਿਣਤੀ ਆ ਸਭ ਤੋਂ ਨੀਵੇਂ ਉਸ ਦੇ ਵਿੱਚ ਗਿਣਤੀ ਕੀਤੀ ਜਾ ਰਹੀ ਹੈ ਉਸ ਟੇਬਲ ਦੇ ਵਿੱਚ, ਤੇ ਕਿਸਾਨ ਨੂੰ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਕਿ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਲਈ ਕੁਝ ਕਰੇਗੀ, ਕਿਉਂਕਿ ਆਪਾਂ ਦੇਖਿਆ ਜਿਵੇਂ ਆਪਾਂ ਹਿਮਾਚਲ ਦੀ ਗੱਲ ਕਰੀਏ, ਜਿਹੜੀਆਂ ਖਬਰਾਂ ਆ ਰਹੀਆਂ ਕਿ ਕਿਵੇਂ ਕਿ ਸੇਬ ਦਾ ਜਿਹੜਾ ਭਾਅ ਹੈ ਉਹ ਕਿਵੇਂ ਰੁਲ ਰਿਹਾ। ਸੇਬ ਦਾ ਜਿਹੜਾ ਕਿਸਾਨ ਹੈਗਾ ਜਿਨ੍ਹਾਂ ਨੇ ਸੇਬਾਂ ਦੇ ਬਾਗ ਲਾਏ ਹੋਏ ਆ, ਉਹਨਾਂ ਦੀ ਜਿਹੜੀ ਫਸਲ ਹੈ ਉਹ ਅਡਾਨੀ ਅੰਬਾਨੀ ਦੇ ਜਿਹੜੇ ਬੰਦੇ ਆ ਉਹ ਕਿਵੇਂ ਮਤਲਬ ਬਲੈਕਮੇਲਿੰਗ ਕਰਕੇ ਉਸ ਨੂੰ ਖਰੀਦ ਰਹੇ ਆ। ਉਹ ਮਜਬੂਰ ਹੋ ਗਿਆ, ਸਰਕਾਰ ਦੀਆਂ ਜਿਹੜੀਆਂ ਮੰਡੀਆਂ ਉਹਦੇ ਵਿੱਚ ਉਹਦੀ ਵਿਕਰੀ ਨਹੀਂ ਹੋ ਰਹੀ ਤੇ ਉਹਦੀ ਜਿਹੜੀ ਬੇਕਦਰੀ ਹੋ ਰਹੀ ਹੈ ਫਲ ਦੀ, ਉਹ ਸਾਡੇ ਸਾਹਮਣੇ ਹੈਗਾ। ਤੇ ਇਹੀ ਹਾਲ ਅੱਗੇ ਆਉਣ ਵਾਲੀਆਂ ਪੰਜਾਬ ਦੀਆਂ ਫਸਲਾਂ ਦਾ ਹੋਏਗਾ, ਹਰਿਆਣੇ ਦੀਆਂ ਫਸਲਾਂ ਦਾ ਹੋਏਗਾ। ਸੋ ਮੈਂ ਨਹੀਂ ਸਮਝਦਾ ਕਿ ਬਈ ਕਿਸਾਨ ਦੇ ਲਈ ਇਹ ਪਾਰਟੀ ਕੁਝ ਕਰ ਪਾਏਗੀ, ਕਿਉਂਕਿ ਡੈਮੇਜ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਜੇ ਹੁਣੇ ਕਰਨਗੇ ਵੀ ਤੇ ਕੀ ਕਿਸਾਨ ਸੈਟੀਸਫਾਈ ਹੋ ਜਾਏਗਾ? ਕਿਉਂਕਿ ਸਾਲ ਸਵਾ ਸਾਲ ਤੋਂ ਜਦੋਂ ਇੱਕ ਬੰਦਾ ਮੂਵਮੈਂਟ ਲੜ ਰਿਹਾ ਹੈ ਤੇ ਰਿਜ਼ੈਂਟ ਕਰ ਰਿਹਾ, ਤੇ ਉਹਨੂੰ ਤੁਸੀਂ ਵੋਟਾਂ ਦੇ ਨੇੜੇ ਆ ਕੇ ਕਹਿ ਦਿਓ ਕਿ ਚੱਲ ਅਸੀਂ ਤੇਰੀ ਗੱਲ ਮੰਨ ਲੈਂਦੇ, ਤੂੰ ਸਾਨੂੰ ਵੋਟ ਪਾ ਦੇ। ਸੋ ਇਹ ਇੱਕ ਮਤਲਬ ਦਿਲੋਂ ਜਦੋਂ ਮਤਲਬ ਇੰਨਾ ਪਾੜਾ ਵੱਧ ਚੁੱਕਿਆ ਤੇ ਉਹ ਨਹੀਂ ਗੱਲ ਮੜੇਗੀ ਨਹੀਂ ਇਹਨਾਂ ਦੀ। ਪਰ ਇਹ ਜੇ ਅਸੀਂ ਭਾਵਾਂ ਦਾ ਮੁੱਦਾ ਹੀ ਦੇਖ ਲਈਏ, ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿੰਨੇ ਕੁ ਭਾਅ ਇਹਨਾਂ ਵਧਾਏ ਉਹਦੇ ਨਾਲ ਜਿਹੜਾ ਡੀਜ਼ਲ ਪਿਛਲੇ ਦਿਨਾਂ 'ਚ ਮਹਿੰਗਾ ਕੀਤਾ ਗਿਆ ਉਹਦਾ ਖਰਚਾ ਵੀ ਨਹੀਂ ਪੂਰਾ ਹੋਏਗਾ, ਤੇ ਇਹ ਜਿਹੜਾ ਭਾਅ ਵਧਾਇਆ ਮਤਲਬ ਇਹ 2% ਤੋਂ ਵੀ ਤਕਰੀਬਨ ਬਣਦਾ, ਤੇ ਜਦੋਂ ਕਿ ਖਰਚੇ 4% ਨਾਲ ਵਧੇ ਆ, ਇਸ ਦਾ ਮਤਲਬ ਬੀਜੇਪੀ ਸਰਕਾਰ ਤੇ ਕਿਸਾਨਾਂ ਦੇ ਵਿੱਚ ਪਾੜਾ ਜਿਹੜਾ ਹੋਰ ਵਧੇਗਾ। ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਆ ਉਹ ਤਾਂ ਮੇਰਾ ਖਿਆਲ ਕਿਤੇ ਆਈ ਗਈ ਹੋ ਗਈ ਹੈ। ਜਿਹੜੀ 22 ਦੇ ਵਿੱਚ 2022 ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਐਲਾਨ ਕੀਤੇ ਸੀ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ, ਉਹ ਤਾਂ ਮੇਰਾ ਖਿਆਲ ਇੱਕ ਜੁਮਲਾ ਹੀ ਬਣ ਕੇ ਰਹਿ ਜਾਏਗਾ। ਬਿਲਕੁਲ, ਉਹ ਜਮੂ ਜੀ ਇਹਦੇ 'ਚ ਕੋਈ ਦੋਰਾਵਾ ਨਹੀਂ ਆ ਵੀ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਕਿਸਾਨ ਦਾ ਜਿਹੜਾ ਵੈਲਫੇਅਰ ਹੈਗਾ ਉਹ ਇਹਨਾਂ ਦੀ ਪ੍ਰਾਇੋਰਟੀ ਦੇ ਵਿੱਚ ਸਭ ਤੋਂ ਥੱਲੇ ਦਿਖ ਰਿਹਾ।
ਉਸ ਨੂੰ ਕਿਸੇ ਗਿਣਤੀ 'ਚ ਹੀ ਨਹੀਂ ਰੱਖ ਰਹੇ ਕਿ ਵੀ ਕਿਸਾਨ ਦਾ ਇੱਕ ਵੈਲਫੇਅਰ ਵੀ ਅਸੀਂ ਕੁਝ ਕਰਨਾ ਹੈ, ਇਹਨੂੰ ਵੀ ਕੁਝ ਸੁੱਖ ਦਾ ਸਾਹ ਇਹਨੂੰ ਮਿਲਣਾ ਚਾਹੀਦਾ। ਜਿਹੜਾ ਬੰਦਾ ਦਿਨ ਰਾਤ ਧੁੱਪੇ ਛਾਵੇਂ ਖੂਨ ਪਸੀਨਾ ਕਰਕੇ ਖੇਤਾਂ 'ਚ ਕੰਮ ਕਰ ਰਿਹਾ, ਮਿੱਟੀ ਨਾਲ ਮਿੱਟੀ ਹੋ ਰਿਹਾ, ਨਾ ਉਹ ਦਿਨ ਦੇਖ ਰਿਹਾ ਨਾ ਰਾਤ ਦੇਖ ਰਿਹਾ। ਜੇ ਮੰਨ ਲਓ ਤੁਸੀਂ ਉਹਨੂੰ ਬਿਜਲੀ ਨਹੀਂ ਦੇ ਰਹੇ ਹੋ, ਡੀਜ਼ਲ ਲੈ ਕੇ ਆਪਣੀਆਂ ਮੋਟਰਾਂ ਚਲਾ ਕੇ ਫਸਲ ਨੂੰ ਪਾਲ ਰਿਹਾ, ਕਿਸ ਤਰੀਕੇ ਦੇ ਨਾਲ ਉਹਨੇ ਇੱਕ ਕਰੋਨਾ ਕਾਲ ਦੇ ਵਿੱਚ ਜਿਹੜੀ ਹੈ ਮੂਵਮੈਂਟ ਚਲਾ ਕੇ ਅਨਾਜ ਪੈਦਾ ਕੀਤਾ ਤੇ ਮਤਲਬ ਦੇਸ਼ ਦੇ ਗਰੀਬ ਤੋਂ ਗਰੀਬ ਬੰਦੇ ਨੂੰ ਉਹਨੇ ਖਾਣ ਦੇ ਲਾਇਕ ਅਨਾਜ ਦਿੱਤਾ। ਉਹ ਭਾਵਨਾ ਲੀਡਰਸ਼ਿਪ ਦੇ ਵਿੱਚ ਹੈ ਹੀ ਨਹੀਂ ਹੈ। ਅਫਸੋਸ ਦੀ ਗੱਲ ਹੈ ਇਹ। ਤੇ ਮੈਂ ਸਮਝਦਾ ਕਿ ਬਈ ਇਹ ਬੜਾ ਮਾੜਾ ਦੌਰ ਇਤਿਹਾਸ ਦੇ ਵਿੱਚ ਗਿਣਿਆ ਜਾਏਗਾ ਕਿ ਇੱਕ ਐਸੀ ਵੀ ਸਰਕਾਰ ਆਈ ਜਿਸ ਨੇ ਕਿਸਾਨ ਨੂੰ ਬਿਲਕੁਲ ਸੜਕਾਂ ਦੇ ਉੱਪਰ ਰੋਲਿਆ ਤੇ ਉਹਦੀ ਬਿਲਕੁਲ ਬੇਕਦਰੀ ਕੀਤੀ ਹੈ। ਇਹ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਘੱਟ ਹੈ। ਸੋ ਅਮਰਿੰਦਰ ਸਿੰਘ ਜੀ, ਇਸ ਸਾਡੇ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ।